ਇੱਕ ਓੰਕਾਰ ਸਤ ਗੁਰ ਪ੍ਰਸਾਦ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਐ। ਸ੍ਰੀ ਰਾਗ ਮਹਲਾ ਪਹਿਲਾ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਅੱਗਾ ਹੈ। ਅੱਜ ਕੱਲ੍ਹ ਆਮ ਤੌਰ 'ਤੇ ਸਾਰੀ ਦੁਨੀਆ ਵਿੱਚ ਇਹ ਵਾਹ ਵਗੀ ਹੋਈ ਹੈ ਕਿ ਦ੍ਰਿਸ਼ਟਮਾਨ ਜੋ ਕੁਝ ਦਿਸ ਰਿਹਾ ਹੈ ਤੋਂ ਬਿਨਾਂ ਅਣਦਿਸਦੇ ਅਦ੍ਰਿਸ਼ਟ ਨੂੰ ਉੱਕਾ ਹੀ ਨਹੀਂ ਮੰਨਿਆ ਜਾਂਦਾ। ਖਾਸ ਕਰ ਮਗਰਬੀ ਤਾਲੀਮ ਦੀ ਮੁੱਠੀ ਹੋਈ ਸਾਰੀ ਲੁਕਾਈ ਇਸ ਗੱਲ ਤੋਂ ਮੁਨਕਰ ਹੀ ਹੋ ਰਹੀ ਹੈ ਕਿ ਇਸ ਦਿਸਦੇ ਲੌਕਿਕ ਪਸਾਰੇ ਤੋਂ ਪਾਰ ਕੋਈ ਪਰਲੌਕਿਕ ਸਾਰ ਰਚਨਾਰਾ ਰਚਤ ਪਸਾਰਾ ਵੀ ਹੈ, ਅਥਵਾ ਇਸ ਦਿਸ ਰਹੀ ਸਾਰੀ ਖੰਡ ਬ੍ਰਹਮੰਡੀ ਕਾਇਨਾਤ ਦਾ ਅਦ੍ਰਿਸ਼ਟ ਰਚਨਹਾਰਾ ਵੀ ਹੈ। ਇਹ ਦਹਰੀਆਪਨ ਸਾਰੇ ਸੰਸਾਰ ਵਿੱਚ ਛਾ ਰਿਹਾ ਹੈ। ਇਹ ਨਾਸਤਿਕਤਾ ਚਾਰ ਚੁਫੇਰੇ ਧੁਮਧੁਮਾ ਰਹੀ ਹੈ। ਹੋਰ ਤਾਂ ਹੋਰ ਗੁਰਮਤਿ ਧਰਮ ਰੂਪੀ ਮੰਨੇ ਪ੍ਰਮੰਨੇ ਆਸਤਕ ਧਰਮ ਦੇ ਪੈਰੋਕਾਰ ਵੀ ਅਣਗਿਣਤ ਅਕਸਰੀਅਤ ਵਿੱਚ ਇਸੇ ਵਹਿਣ ਵਿੱਚ ਰੁੜੇ ਜਾ ਰਹੇ ਹਨ। ਬਹੁਤ ਸਾਰੇ ਸਿੱਖ ਸਦਾਉਣ ਹਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆਮਈ ਤਾਲੀਮ ਦੇ ਮੰਨਣ ਮਨਾਉਣ ਹਾਰੇ ਦਾਅਵੇਦਾਰ ਕਹੌਤੀ ਆਗੂ ਅੰਤਰਗਤੀ ਇਸ ਅਸ਼ਰਦਕਤਾ ਦਾ ਸ਼ਿਕਾਰ ਹੋ ਰਹੇ ਹਨ ਕਿ ਵਾਸਤਵ ਵਿੱਚ ਦਿਸ ਰਹੇ ਪੁਲਾੜ ਸਫੀਅਰ ਰੀਜਨ ਤੋਂ ਪਾਰ ਹੋਰ ਕੁਝ ਨਹੀਂ, ਸਭ ਨਾਬੂਦ ਹੈ। ਉਹ ਇੱਕ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਲੀਮ ਤੋਂ ਹੀ ਮੁਨਹਰਫ ਹਨ। ਐਵੇਂ ਨਾਮ ਮਾਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਤਕਿਦ ਸਿੱਖ ਕਹਾਉਂਦੇ ਹਨ। ਅਸਲ ਵਿੱਚ ਏਤਕਾਦ ਉਹਨਾਂ ਦਾ ਨਿਸ ਤੋਂ ਨਾਬੂਦ ਹੀ ਹੈ। ਜੇ ਸ਼ਰਧਾ ਸਿਦਕ ਯਕੀਨ ਸੱਚਮੁੱਚ ਹੋਵੇ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮਗਰ ਬਚਨਾਂ ਨੂੰ ਸਤ-ਸਤ ਕਰਕੇ ਮੰਨਣ। ਸਤਿਗੁਰੂ ਦੇ ਸੱਚੇ ਸਿਦਕੀ ਸਿੱਖਾਂ ਨੂੰ ਸਤਿਗੁਰੂ ਬਚਨਾਂ ਉੱਤੇ ਸੱਚਾ ਭਰੋਸਾ ਹੈ। ਇਹ ਹੋ ਸਕਦਾ ਹੈ ਕਿ ਕਈ ਇੱਕ ਗੁਰਬਚਨਾਂ ਦੁਆਰਾ ਗੁਰਬਾਣੀ ਵਿਖੇ ਦਰਸਾਈ ਵਿਵਸਥਾ ਦੀ ਸਮਝ ਸਮਝਾਈ ਦੀ ਉਹਨਾਂ ਨੂੰ ਅਜੇ ਰਸਾਈ ਨਾ ਹੋਈ ਹੋਵੇ, ਅਥਵਾ ਗੁਰਵਾਕਾਂ ਵਿਖੇ ਦਰਸਾਈ ਵਿਵਸਥਾ ਉਹਨਾਂ ਦੇ ਅੰਤਰਾਤਮੇ ਵਾਪਰੀ ਹੀ ਨਾ ਹੋਵੇ, ਕਿਉਂਕਿ ਸੱਚਾ ਸ਼ਾਦੇ ਹਾਲ ਯਕੀਨ ਕਿਸੇ ਘਟਨਾ ਦੀ ਸਤਤਾ ਦਾ ਤਦੇ ਹੀ ਹੋ ਸਕਦਾ ਹੈ ਜਦ ਕਿ ਸਾਂਗੋ ਪਾਂਗ ਦਿਬ ਦਰਸਤਾ ਅਦ੍ਰਿਸ਼ਟ ਦਿਬਤਾ ਦੀ ਉਹਨਾਂ ਨੂੰ ਹੋ ਆਵੇ। ਪਰੰਤੂ ਸਤਿਗੁਰੂ ਦੇ ਸਚਿਆਰੇ ਸਿੱਖਾਂ ਨੂੰ ਜੇਕਰ ਅਜੇ ਇਹ ਅਵਸਥਾ ਪ੍ਰਾਪਤ ਨਾ ਹੋਈ ਹੋਵੇ ਤਦ ਉਹ ਮਨਮੁਖਤਾ ਭਰੀ ਇਹ ਹਮਾਕਤ ਕਦੇ ਨਹੀਂ ਕਰਦੇ ਕਿ ਉਸ ਅਵਸਥਾ ਨੂੰ ਮੰਨਣੋਂ ਹੀ ਮੁਨਕਰ ਹੋ ਜਾਣ। ਸਗੋਂ ਉਹ ਮਨ ਬਚਨ ਕਰਮ ਕਰਕੇ ਮੰਨਦੇ ਹਨ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਾਧ ਬੋਧ ਬਾਣੀਮਈ ਬਚਨ ਸਦਾ ਸਤ ਅਤੇ ਯਥਾਰਥ ਹਨ, ਚਾਹੇ ਸਮਝੋ ਅਗੋਚਰ ਹਨ ਪਰ ਹਨ ਸਤੋ ਸਤ। ਉਹਨਾਂ ਨੇ ਦ੍ਰਿੜ ਕਰਕੇ ਨਿਸ਼ਚੇ ਕਰ ਲਿਆ ਹੁੰਦਾ ਹੈ ਕਿ ਜੋ ਕੁਝ ਗੁਰਬਾਣੀ ਅੰਦਰ ਫੁਰਮਾਨ ਹੋ ਚੁੱਕਾ ਹੈ ਉਹ ਗੁਰਸਿੱਖਾਂ ਲਈ ਧਾਰਨ ਕਰਨ ਯੋਗ ਗੁਰਮਤਿ ਅਸੂਲ ਹਨ। ਪਰ ਇਹ ਜੋ ਕੁਝ ਉਹਨਾਂ ਨੇ ਨਿਸ਼ਚੇ ਕਰ ਧਾਰਨ ਕਰ ਲਿਆ ਹੁੰਦਾ ਹੈ ਕੋਈ ਅੰਧ ਵਿਸ਼ਵਾਸ ਕਰਕੇ ਨਹੀਂ ਧਾਰਨ ਕੀਤਾ ਹੁੰਦਾ। ਸਤਿਗੁਰੂ ਦੀ ਗੁਰਤੱਤਾ ਤੇ ਪੂਰਨ ਪਤੀਜ ਕੇ ਕੋਈ ਤਤ ਪਤਿਆਰਾ ਚਮਤਕਾਰ ਚਮਤਕਾਰਤ ਹੋਇਆ ਪੇਖ ਕੇ ਹੀ ਸੱਚਾ ਸਿਦਕ ਭਰੋਸਾ ਸ਼ਰਧਾਵਤ ਹੋਏ ਆਇਆ ਹੁੰਦਾ ਹੈ। ਇਸ ਬਿਦ ਸੱਚੀ ਸ਼ਰਧਾ ਭਾਵਨੀ ਉਦੀਪਤ ਹੋਇਆ ਬਹੁਰ ਸਤਿਗੁਰੂ ਦੇ ਸਮਗਰ ਬਚਨਾਂ ਉੱਤੇ ਹੀ ਅਹਿਲ ਈਮਾਨ ਆ ਗਿਆ ਹੁੰਦਾ ਹੈ। ਇਸ ਅਹਿਲ ਈਮਾਨ ਨੂੰ ਅੰਧ ਵਿਸ਼ਵਾਸ ਨਹੀਂ ਕਿਹਾ ਜਾ ਸਕਦਾ। ਇਸ ਅਹਿਲ ਈਮਾਨ ਦੀ ਪੀੜੀ ਗੰਢ ਅੰਤਰਾਤਮੇ ਬੱਝਿਆਂ ਹੀ ਸੱਚੀ ਸਿੱਖੀ ਮਈ ਗੁਰਮਤ ਮਾਰਗ ਉੱਤੇ ਚੱਲਣ ਹਾਰਿਆਂ ਗੁਰਸਿੱਖਾਂ ਦੀ ਆਤਮ ਕਲਾ ਕਰਕੇ ਦਿਨੋਂ ਦਿਨ ਚੜ੍ਹਦੀ ਕਲਾ ਹੁੰਦੀ ਹੈ। ਗੁਰਸਿੱਖੀ ਦੇ ਮੰਡਲ ਵਿੱਚ ਆਇਆਂ ਹੀ ਅਰਥਾਤ ਅੰਮ੍ਰਿਤ ਛਕ ਕੇ ਸਿੰਘ ਸਜਦਿਆਂ ਹੀ ਗੁਰਮੰਤਰ ਗੁਰਦੀਖਿਆ ਦੀ ਪਾਰਸ ਕਲਾ ਵਰਤਦਿਆਂ ਹੀ ਅਜਿਹੀ ਅਲੌਕਿਕ ਰੱਬੀ ਰਹਿਮਤਾਨੀ ਨਦਰ ਨਦਰੀਵਤ ਹੋ ਜਾਂਦੀ ਹੈ ਕਿ ਮਾਨੋ ਉਹਨਾਂ ਦੀ ਕਾਇਆ ਪਲਟ ਹੋ ਕੇ ਨਵ ਜਨਮਾਂ ਪਰਮਾਰਥੀ ਜੀਵਨ ਵਿਗਸੀਵਤ ਹੋਏ ਆਉਂਦਾ ਹੈ। ਇਸ ਨਵਲ ਨਵੇਲੇ ਆਤਮ ਵਿਕਾਸ ਦੇ ਪ੍ਰਭਾਵ ਕਰ ਹੀ ਜਗਿਆਸੂ ਜਨ ਨੂੰ ਪਰਮਾਰਥ ਜਾਗ ਵਾਲੇ ਜੀਵਨ ਵਿੱਚ ਜਿਉ ਉੱਠਣ ਦੀ ਜਾਗ ਲੱਗਦੀ ਹੈ। ਇਸ ਨਵਜੀਵਨੀ ਜਾਗਰਤ ਵਿੱਚ ਸੁਜਾਗ ਹੋਏ ਵਡਭਾਗੇ ਗੁਰਸਿੱਖ ਨੂੰ ਗੁਰਬਾਣੀ ਅੰਦਰ ਦਰਸਾਏ ਉਹਨਾਂ ਅਗੰਮੀ ਭਾਵਾਂ ਦੀ ਸਤਤਾ ਉੱਤੇ ਸੱਚੀ ਸ਼ਰਧਾ ਸਿਦਕੀਵਤ ਹੋਏ ਆਉਂਦੀ ਹੈ, ਜਿਨ੍ਹਾਂ ਦੇ ਸਮਝਣ ਦੀ ਪਹੁੰਚ ਰਸਾਈ ਅਜੇ ਉਹਨਾਂ ਦੀ ਨਹੀਂ ਹੋਈ ਹੁੰਦੀ। ਉਹਨਾਂ ਨੂੰ ਇਹ ਯਕੀਨ ਪੱਕਾ ਹੁੰਦਾ ਹੈ ਕਿ ਸਚਾਈ ਸਤਤਾ ਸਪੇਕਸ਼ਤਾ ਆਤਮ ਅਭਿਆਸ ਕਮਾਈ ਉੱਪਰ ਹੀ ਨਿਰਭਰ ਹੈ। ਇਸ ਨਿਰਭਰਤਾ ਦੇ ਸੁਭਰ ਭਰੀਵੇ ਹੋਏ ਉਹ ਹਰਦਮ ਆਸਾਵੰਤ ਰਹਿੰਦੇ ਹਨ ਕਿ ਤਿਨਾਂ ਸੱਤ ਤਾਈਆਂ ਦਾ ਜ਼ਹੂਰ ਵੀ ਜ਼ਰੂਰ ਹੋਵੇਗਾ। ਇਸ ਅਵਿਸ਼ਵਾਸ ਅੰਦਰ ਉਹ ਕਦੇ ਨਹੀਂ ਆਉਂਦੇ ਕਿ ਜਦ ਤਾਈਂ ਕੋਈ ਅਣਉਪੜੀ ਮੰਜ਼ਲ ਵਾਲੀ ਸਚਾਈ ਜ਼ਹੂਰ ਪਜ਼ੀਰ ਨਾ ਹੋ ਜਾਵੇ ਉਦੋਂ ਤਾਈਂ ਉਹ ਸਚਾਈ ਹੀ ਨਹੀਂ।
ਗੁਰਬਚਨਾਤ ਦਰਸਾਈ ਸਚਾਈ ਤਾਂ ਹਰਦਮ ਸਦਾ ਸਦਾ ਸਚਾਈ ਹੀ ਹੈ। ਕਸਰ ਹੈ ਤਾਂ ਸਚਾਈ ਨੂੰ ਸਚਿਆਰਤ ਕਰਨ ਵਾਲਿਆਂ ਦੀ ਹੈ, ਸਤਤਾਈ ਨੂੰ ਸਤਿਆਰਤ ਕਰਨ ਵਾਲਿਆਂ ਦੀ ਹੈ। ਪਾਰ ਪਹੁੰਚੇ ਗੁਰਮੁਖਾਂ ਦੀ ਤਾਂ ਗਹਿਣਗਤ ਹੀ ਕੀ ਹੈ, ਉਹਨਾਂ ਤਾਈਂ ਤਾਂ ਗੁਰਬਚਨਾਤ ਦਰਸਾਈ ਸਤਤਾ ਸਦਾ ਪ੍ਰਗਟ ਪਹਾਰੇ ਹੀ ਸਤ ਸਤ ਜ਼ਹੂਰ ਪਜ਼ੀਰ ਹੈ। ਜਿਹੜੇ ਨਾਮ ਲੇਵੇ ਗੁਰੂ ਦੇ ਸਿੱਖ ਅਜੇ ਇਸ ਈਮਾਨ ਯਕੀਨ ਤੋਂ ਡੋਲਦੇ ਹੀ ਫਿਰਦੇ ਹਨ ਅਤੇ ਗੁਰਬਾਣੀ ਅੰਦਰ ਆਈਆਂ ਉਹਨਾਂ ਸੱਤਾਈਆਂ ਉੱਤੇ ਉਟਕਣ ਕਰਦੇ ਹਨ ਜੋ ਉਹਨਾਂ ਦੀ ਸਮਝ ਵਿੱਚ ਨਹੀਂ ਆਈਆਂ, ਤਿਨਾਂ ਬੇਯਕੀਨੇ ਈਮਾਨਹੀਨੇ ਸ਼ੱਕ ਸ਼ਕੂਕ ਗਰਸੀਨੇ ਨੀਮ ਨਾਸਤਕਾਂ ਐਗਨਾਸਟਕਾਂ ਨਮਿਤ ਹੀ ਇਹ ਅਗਲੇਰਾ ਮਜ਼ਮੂਨ ਪੁਸਤਕ ਦੀ ਸ਼ਕਲ ਵਿੱਚ ਤਿਆਰ ਕਰਕੇ ਉਹਨਾਂ ਦੇ ਅੱਗੇ ਰੱਖਿਆ ਹੈ, ਜਿਸ ਵਿੱਚ ਇਹ ਨਿਰੂਪਣ ਅਤੇ ਸਿੱਧ ਕੀਤਾ ਜਾਵੇਗਾ ਕਿ ਗੁਰਬਾਣੀ ਵਿੱਚ ਦਰਸਾਏ ਆਮ ਸਮਝੋਂ ਅਗੋਚਰੇ ਪਦਾਰਥ ਸੱਤ ਹਨ, ਅਸੱਤ ਨਹੀਂ। ਸ਼ੰਕਾਵਾਦੀ ਸ਼ੰਕਾ ਕਰਦੇ ਹਨ ਕਿ ਜੋ ਅੱਖੀਂ ਦਿਸਦਾ ਨਹੀਂ ਉਸ ਦੀ ਹੋਂਦ ਤੇ ਸ਼ੱਕ ਹੈ। ਜੋ ਪਦਾਰਥ ਪੰਜ ਗਿਆਤ ਇੰਦਰੀਆਂ ਦਾ ਵਿਸ਼ਾ ਨਹੀਂ ਉਹ ਅਸੱਤ ਕਰਕੇ ਮੰਨਦੇ ਹਨ। ਉਹਨਾਂ ਦੀ ਸਮਝ ਵਿੱਚ ਰੱਬ ਦੀ ਹਸਤੀ ਕੋਈ ਨਹੀਂ। ਉਹ ਇਸ ਦਿਸਦੀ ਦੁਨੀਆ ਤੋਂ ਬਿਨਾਂ ਹੋਰ ਕਿਸੇ ਅਣਦਿਸਦੀ ਦੁਨੀਆ ਦੇ ਮੰਨਣੋਂ ਇਨਕਾਰੀ ਹਨ। ਬਹੁਤਿਆਂ ਦਾ ਸੰਦੇਹ ਹੈ ਕਿ ਅੱਗਾ ਹੈ ਕਿ ਨਹੀਂ, ਬਹੁਤਿਆਂ ਦਾ ਸੰਦੇਹ ਹੈ ਕਿ ਅੱਗਾ ਹੈ ਕਿ ਨਹੀਂ। ਇਹ ਜਗ ਮਿੱਠਾ ਅਗਲਾ ਕਿਹਨੇ ਡਿੱਠਾ ਦੇ ਅਖਾਣ ਵਾਲਿਆਂ ਦੀ ਧਰਨ ਠਿਕਾਣੇ ਕਰਨ ਲਈ ਹੀ ਇਸ ਲੇਖ ਦੇ ਲਿਖਣ ਦੀ ਲੋੜ ਪਈ। ਅਣਦਿਸਦੀ ਸੂਖਮ ਰਚਨਾ ਚਾਹੇ ਆਮ ਅਲਪਗ ਦ੍ਰਿਸ਼ਟੀਓਂ ਅਣਡਿੱਠ ਹੈ, ਪਰ ਉਸ ਦੀ ਵਾਸਤਵਤਾ ਵਿੱਚ ਰਾਈ ਮਾਤਰ ਵੀ ਫਰਕ ਨਹੀਂ। ਮਿਸਾਲ ਦੇ ਤੌਰ ਤੇ ਨਰਕ ਸੁਰਗ ਆਵਾਗਮਨ ਜਮ ਮਾਰਗ ਧਰਮ ਰਾਏ ਤੇ ਗੈਬੀ ਦਰਗਾਹ ਦੀਆਂ ਅੱਗੇ ਵਾਲੀਆਂ ਗੱਲਾਂ ਜੋ ਉਹਨਾਂ ਨੂੰ ਐਵੇਂ ਕਲਪਤ ਹੀ ਪ੍ਰਤੀਤ ਹੁੰਦੀਆਂ ਹਨ, ਇਹਨਾਂ ਅਤੇ ਇਸ ਪ੍ਰਕਾਰ ਦੀਆਂ ਅਨੇਕਾਂ ਗੱਲਾਂ ਤੇ ਰੌਸ਼ਨੀ ਪਾਈ ਜਾਵੇਗੀ। ਗੁਰਮਤਿ ਦੁਆਰਾ ਅਤੇ ਗੁਰਵਾਕਾਂ ਦੀ ਪੂਰਨ ਪ੍ਰੋੜਤਾ ਦੁਆਰਾ ਹੀ ਸਿੱਧ ਕੀਤਾ ਜਾਵੇਗਾ ਕਿ ਜਿਸ ਦਿਸ ਦੇ ਅਗਾਧ ਪੁਲਾੜ ਖਲਾ ਵਿੱਚ ਬਹੁਤ ਕੁਝ ਸੂਖਮ ਰਚਨਾ ਵਸ ਰਹੀ ਹੈ ਦਾ ਕਹਿਣਾ ਹੀ ਕੀ ਹੈ। ਉਹ ਇਹਨਾਂ ਪੰਜ ਭੂਤਕ ਅੱਖੀਆਂ ਦੇ ਓਲੇ ਹੈ, ਪਰ ਇਸ ਦੀ ਵੀ ਵਾਸਤਵੀ ਹੋਂਦ ਹੈ। ਇਸ ਵਿਸ਼ੇ ਨੂੰ ਅਸੀਂ ਗੁਰਬਾਣੀ ਦੇ ਪ੍ਰਮਾਣਾਂ ਦੀ ਪ੍ਰੋੜਤਾ ਦੁਆਰਾ ਸਾਬਤ ਕਰਾਂਗੇ।